ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਬरुण कौर मान। ਖਬਰਾਂ ਦੇ ਬ੍ਰਿਟਿਸ਼ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਝੁੰਡੀਆਂ ਖਬਰਾਂ। ਅਮਰੀਕਾ ਵਿੱਚ ਮਨੁੱਖੀ ਤਸਕਰੀ ਦੀਆਂ 3 ਵੱਖ-ਵੱਖ ਘਟਨਾਵਾਂ ਵਿੱਚ 6 ਹੋਰ ਪ੍ਰਵਾਸੀਆਂ ਦੀ ਮੌਤ, 10 ਨੂੰ ਗਿਆ ਬਚਾਇਆ। 53 ਪ੍ਰਵਾਸੀਆਂ ਦੇ ਮ੍ਰਿਤਕ ਪਾਏ ਜਾਣ ਤੋਂ ਬਾਅਦ ਮਨੁੱਖੀ ਤਸਕਰੀ ਦੇ ਦੋਸ਼ ਹੇਠ 4 ਵਿਅਕਤੀ ਗ੍ਰਿਫਤਾਰ। ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵਧੀ, ਗਿਰੋਹ ਦਾ ਦੌਰਾ। ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵਧੀ, ਗਿਰੋਹ ਦਾ ਪਰਦਾਫਾਸ਼। ਏਅਰ ਕੈਨੇਡਾ ਜੁਲਾਈ ਤੇ ਅਗਸਤ ਵਿੱਚ ਘਟਾਏਗੀ ਫਲਾਈਟਸ। ਅੰਮ੍ਰਿਤਸਰ ਏਅਰਪੋਰਟ ਤੇ ਸਿੰਗਾਪੁਰ ਦੀ ਫਲਾਈਟ ਵਿੱਚ ਬੰਬ ਹੋਣ ਦੀ ਸੂਚਨਾ ਤੇ ਪਈਆਂ ਭਾਜੜਾਂ। ਹੀਥਰੋ ਹਵਾਈ ਅੱਡੇ ਤੋਂ 30 ਉਡਾਣਾਂ ਰੱਦ। ਅਮਰੀਕੀ ਸੁਪਰੀਮ ਕੋਰਟ ਦੀ ਪਹਿਲੀ ਗੈਰ ਗੋਰੀ ਮਹਿਲਾ ਬਣੀ ਜੱਜ। यूक्रेन ਨੂੰ ਅਮਰੀਕਾ ਤੇ ਬ੍ਰਿਟੇਨ ਦੇਣਗੇ $2 ਅਰਬ ਦੀ ਫੌਜੀ ਮਦਦ। ਬਾਈਡਨ ਨੇ ਕਿਹਾ ਯੁੱਧ ਵਿੱਚ ਰੂਸ ਦੀ ਹਾਰ ਨਿਸ਼ਚਿਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਦੇ ਟੈਕਸਾਸ ਰਾਜ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮਨੁੱਖੀ ਤਸਕਰੀ ਦੀਆਂ 3 ਵੱਖ-ਵੱਖ ਘਟਨਾਵਾਂ ਵਿੱਚ 6 ਪ੍ਰਵਾਸੀਆਂ ਦੀ ਮੌਤ ਹੋ ਗਈ, ਜਦਕਿ 10 ਨੂੰ ਬਚਾ ਲਿਆ ਗਿਆ। 2 ਦਿਨ ਪਹਿਲਾਂ ਸੈਨ ਐਂਟੋਨੀਓ, ਟੈਕਸਾਸ ਵਿੱਚ ਲਾਵਾਰਸ ਖੜੇ ਇੱਕ ਟਰੱਕ ਟ੍ਰੇਲਰ ਵਿੱਚੋਂ ਪ੍ਰਵਾਸੀਆਂ ਦੀਆਂ 53 ਲਾਸ਼ਾਂ ਬਰਾਮਦ ਹੋਈਆਂ ਸਨ। ਅਮਰੀਕਾ ਦੇ ਇਤਿਹਾਸ ਵਿੱਚ ਮਨੁੱਖੀ ਤਸਕਰੀ ਦੀ ਇਹ ਸਭ ਤੋਂ ਭਿਆਨਕ ਘਟਨਾ ਮੰਨੀ ਜਾ ਰਹੀ ਤਾਜ਼ਾ ਘਟਨਾ ਵਿੱਚ ਐਨਸੀਨਲ, ਟੈਕਸਾਸ ਵਿੱਚ US ਬਾਰਡਰ ਗਸ਼ਤੀ ਦਲ ਤੋਂ ਬਚਣ ਦੀ ਕੋਸ਼ਿਸ਼ ਵਿੱਚ ਇੱਕ ਚਿੱਟੇ ਰੰਗ ਦੀ SUVP ਜੀਪ ਇੰਟਰਸਟੇਟ 35 ਰਾਸ਼ਟਰੀ ਮਾਰਗ ਉੱਪਰ ਤੇਜ਼ ਰਫ਼ਤਾਰ ਨਾਲ ਨਿਕਲ ਗਈ, ਜਿਸ ਦਾ ਪਿੱਛਾ ਕੀਤਾ ਗਿਆ। ਲਾਰੇਡੋ ਦੇ ਉੱਤਰ ਵਿੱਚ ਤਕਰੀਬਨ 40 ਮੀਲ ਦੂਰ ਜਾ ਕੇ ਇਹ ਜੀਪ ਆਪਣਾ ਸੰਤੁਲਨ ਗਵਾ ਕੇ ਹਾਦਸਾਗ੍ਰਸਤ ਹੋ ਗਈ, ਜਿਸ ਵਿੱਚ ਸਵਾਰ 4 ਪ੍ਰਵਾਸੀ ਮੌਕੇ ਉੱਪਰ ਹੀ ਮ੍ਰਿਤਕ ਐਲਾਨ ਦਿੱਤੇ ਗਏ। ਹਾਈਵੇ ਪੈਟਰੋਲ ਸਾਰਜੈਂਟ ਐਰਿਕ ਅਨੁਸਾਰ ਇਸ ਘਟਨਾ ਦੀ ਮਨੁੱਖੀ ਤਸਕਰੀ ਦੀ ਕੋਸ਼ਿਸ਼ ਵਜੋਂ ਜਾਂਚ ਕੀਤੀ ਜਾ ਰਹੀ ਹੈ। ਜੀਪ ਦੇ ਡਰਾਈਵਰ ਦੀ ਹਾਲਤ ਗੰਭੀਰ ਹੈ, ਜਦਕਿ ਜੀਪ ਵਿੱਚ ਸਵਾਰ 2 ਹੋਰ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਾਰੇ ਗਏ 2 ਵਿਅਕਤੀ ਗੁਆਟੇਮਾਲਾ ਤੇ ਇੱਕ ਵਿਅਕਤੀ ਮੈਕਸੀਕੋ ਦਾ ਹੈ। ਚੌਥੇ ਮ੍ਰਿਤਕ ਦੀ ਅਜੇ ਪਛਾਣ ਨਹੀਂ ਹੋ ਸਕੀ। ਜ਼ਖਮੀ ਹੋਏ 2 ਵਿਅਕਤੀ ਵੀ ਗੁਆਟੇਮਾਲਾ ਦੇ ਹਨ, ਜਦਕਿ ਡਰਾਈਵਰ ਅਮਰੀਕਾ ਦਾ ਹੈ। ਮਨੁੱਖੀ ਤਸਕਰੀ ਦੀ ਦੂਸਰੀ ਘਟਨਾ ਵਿੱਚ ਟੈਕਸਾਸ ਦੇ ਪਾਲਮਵਿਊ ਅਤੇ ਮੈਕਕੇਲਨ ਨੇੜੇ ਇੱਕ ਵਾਹਨ ਬਾਰਡਰ ਅਧਿਕਾਰੀਆਂ ਤੋਂ ਅੱਖ ਬਚਾ ਕੇ ਨਿਕਲਣ ਦੀ ਕੋਸ਼ਿਸ਼ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ 2 ਵਿਅਕਤੀ ਮਾਰੇ ਗਏ। ਇੱਕ ਵਿਅਕਤੀ ਤੇ ਇੱਕ ਔਰਤ ਦੀ ਹਾਲਤ ਗੰਭੀਰ ਹੈ। ਮਨੁੱਖੀ ਤਸਕਰੀ ਦੇ ਇੱਕ ਹੋਰ ਮਾਮਲੇ ਵਿੱਚ ਈਗਲ ਰਸਤੇ ਦੇ ਅਧਿਕਾਰੀਆਂ ਨੇ ਇੱਕ ਕੰਟੇਨਰ ਵਿੱਚ ਬੰਦ 10 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਸਮੇਂ ਸਿਰ ਪਤਾ ਲੱਗ ਜਾਣ ਕਾਰਨ ਇਹਨਾਂ ਲੋਕਾਂ ਦੀ ਜਾਨ ਬਚ ਗਈ। ਬੀਤੇ ਦਿਨੀ ਟੈਕਸਾਸ ਸੂਬੇ ਦੇ ਸ਼ਹਿਰ ਸੈਨ ਐਂਟੋਨੀਓ ਵਿੱਚ ਵਾਪਰੀ ਦੁਖਾਂਤ ਘਟਨਾ ਦੇ ਸੰਬੰਧ ਵਿੱਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮਨੁੱਖੀ ਤਸਕਰੀ ਦੇ ਦੋਸ਼ ਹੇਠ ਉਹਨਾਂ ਨੂੰ ਚਾਰਜ ਕੀਤਾ ਗਿਆ, ਜਿੱਥੇ ਇੱਕ ਟ੍ਰੇਲਰ ਵਿੱਚ 53 ਪ੍ਰਵਾਸੀ ਮਰੇ ਹੋਏ ਪਾਏ ਗਏ ਸਨ। ਪੁਲਿਸ ਨੇ ਇਸ ਘਟਨਾ ਵਿੱਚ ਮਾਰੇ ਗਏ ਕਈ ਲੋਕ ਲੱਭੇ ਸਨ। ਮਰਨ ਵਾਲਿਆਂ ਵਿੱਚ ਮੈਕਸੀਕੋ ਦੇ 27, ਹੌਂਡਰੂਸ ਦੇ 14, ਗੁਆਟੇਮਾਲਾ ਦੇ 7 ਅਤੇ ਅਲ ਸਲਵਾਡੋਰ ਦੇ 2 ਲੋਕ ਸ਼ਾਮਲ ਨੇ। ਪੀੜਤਾਂ ਵਿੱਚੋਂ ਇੱਕ ਦੀ ਕੋਈ ਪਛਾਣ ਨਹੀਂ ਹੋਈ, ਪਰ ਏਜੰਟਾਂ ਨੇ ਕਿਹਾ ਹੈ ਕਿ ਲਾਰੇਡੋ ਬਾਰਡਰ ਪੈਟਰੋਲ ਦੀ ਵੀਡੀਓ ਨੇ ਪੁਸ਼ਟੀ ਕੀਤੀ ਹੈ ਕਿ ਉਹ ਟਰੱਕ ਡਰਾਈਵਰ ਸੀ, ਕਿਉਂਕਿ ਉਸਦੇ ਕੱਪੜੇ ਫੁਟੇਜ ਤੇ ਦਿਖਾਈ ਦਿੱਤੇ। ਦੂਜਾ ਵਿਅਕਤੀ 28 ਸਾਲਾ ਕ੍ਰਿਸਚੀਅਨ ਮਾਰਟੀਨੇਜ਼ ਹੈ, ਜਿਸ ਨੂੰ ਮੰਗਲਵਾਰ ਨੂੰ ਫਿਲਿਸਤੀਨ, ਟੈਕਸਾਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸਤੇ ਗੈਰ ਕਾਨੂੰਨੀ ਪਰਦੇਸੀ ਲੋਕਾਂ ਨੂੰ ਲਿਜਾਣ ਦੀ ਸਾਜ਼ਿਸ਼ ਦਾ ਇੱਕ ਦੋਸ਼ ਹੈ, ਜਿਸ ਦੇ ਨਤੀਜੇ ਵਜੋਂ ਉਸਦੀ ਗ੍ਰਿਫਤਾਰੀ ਹੋ ਗਈ ਹੈ। ਪੁਲਿਸ ਨੇ ਜੁਆਨ ਕਲੌਡੀਓ ਡੀ ਡੁਮੈਂਡੇਜ਼ ਅਤੇ ਜੁਆਨ ਫ੍ਰਾਂਸਿਸਕੋ, ਦੋਵੇਂ ਮੈਕਸੀਕੋ ਦੇ ਨਾਗਰਿਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਸੈਨ ਐਂਟੋਨੀਓ ਵਿੱਚ ਇਹ ਤਰਾਸਦੀ ਉਸ ਸਮੇਂ ਵਾਪਰੀ ਜਦੋਂ ਵੱਡੀ ਗਿਣਤੀ ਵਿੱਚ ਪ੍ਰਵਾਸੀ ਅਮਰੀਕਾ ਆ ਰਹੇ ਸਨ, ਜਿਨ੍ਹਾਂ ਵਿੱਚ ਬਹੁਤ ਸਾਰੇ ਤੇਜ਼ ਦਰਿਆਵਾਂ ਨੂੰ ਪਾਰ ਕਰਨ ਲਈ ਖਤਰਨਾਕ ਜ਼ੋਖਮ ਲੈ ਰਹੇ ਸਨ। ਮਈ ਵਿੱਚ ਪ੍ਰਵਾਸੀਆਂ ਨੂੰ ਤਕਰੀਬਨ 2,40,000 ਵਾਰ ਰੋਕਿਆ ਗਿਆ ਸੀ। 1 ਸਾਲ ਪਹਿਲਾਂ ਨਾਲੋਂ 1/3 ਹੁਣ ਵੱਧ ਹੈ। ਅਮਰੀਕਾ ਦੇ ਟੈਕਸਾਸ ਵਿੱਚ ਮੈਕਸੀਕੋ ਤੋਂ ਆਏ ਟਰੱਕ ਅੰਦਰ ਹੁਣ ਤੱਕ 51 ਲਾਸ਼ਾਂ ਮਿਲੀਆਂ ਸਨ ਤੇ ਇਹ ਲੋਕ ਗੈਰ ਕਾਨੂੰਨੀ ਢੰਗ ਨਾਲ ਟਰੱਕ ਵਿੱਚ ਭਰ ਕੇ ਲਿਆਏ ਗਏ ਸਨ। ਇਸ ਭਿਆਨਕ ਘਟਨਾ ਕਾਰਨ ਸ਼ਰਨਾਰਥੀਆਂ ਦਾ ਮੁੱਦਾ ਫਿਰ ਭਖ ਗਿਆ। ਇਸ ਦਾ ਇੱਕ ਪਹਿਲਾ ਇਹ ਵੀ ਹੈ ਕਿ ਹਾਲ ਦੇ ਸਾਲਾਂ ਵਿੱਚ ਗੈਰ ਕਾਨੂੰਨੀ ਪ੍ਰਵੇਸ਼ ਦੇ ਮਾਮਲੇ ਵਿੱਚ ਭਾਰਤੀਆਂ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ। ਹਾਲ ਹੀ ਵਿੱਚ ਇੱਕ ਅਮਰੀਕੀ ਸੰਘੀ ਏਜੰਸੀ ਨੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਜੋ ਕੈਨੇਡੀਅਨ ਸਰਹੱਦ ਤੋਂ ਭਾਰਤੀਆਂ ਦੇ ਗੈਰ ਕਾਨੂੰਨੀ ਪ੍ਰਵੇਸ਼ ਦੀ ਸਹੂਲਤ ਦਿੰਦਾ ਸੀ। ਗਿਰੋਹ ਦੇ ਸਰਗਨਾ ਜਸਪਾਲ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜੋ ਕੈਲੀਫੋਰਨੀਆ ਤੋਂ ਇਸ ਨੈਟਵਰਕ ਨੂੰ ਚਲਾਉਂਦਾ ਸੀ। ਜਾਂਚ ਵਿੱਚ ਸ਼ਾਮਲ ਇੱਕ ਸੰਘੀ ਏਜੰਟ ਨੇ ਦੱਸਿਆ ਕਿ ਇਸ ਗਿਰੋਹ ਨੇ ਹਜ਼ਾਰਾਂ ਭਾਰਤੀਆਂ ਨੂੰ ਉਬੇਰ ਕੈਬ ਰਾਹੀਂ ਗੈਰ ਕਾਨੂੰਨੀ ਢੰਗ
ਨਾਲ ਅਮਰੀਕਾ ਪਹੁੰਚਾਇਆ। ਗਿੱਲ ਨੇ ਹਰੇਕ ਵਿਅਕਤੀ ਕੋਲੋਂ 23 ਤੋਂ 55 ਲੱਖ ਰੁਪਏ ਵਸੂਲ ਕੀਤੇ। ਇਹਨਾਂ ਲੋਕਾਂ ਨੂੰ ਟੂਰਿਸਟ ਵੀਜ਼ੇ ਤੇ ਕੈਨੇਡਾ ਲਿਆਂਦਾ ਜਾਂਦਾ ਹੈ। ਇੱਥੋਂ ਇਹਨਾਂ ਨੂੰ ਫਰਜ਼ੀ ਦਸਤਾਵੇਜ਼ਾਂ ਤੇ ਉਬੇਰ ਕੈਬ ਰਾਹੀਂ ਅਮਰੀਕਾ ਲਿਆਂਦਾ ਜਾਂਦਾ ਹੈ। ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਵਿੱਚ ਭਾਰਤੀ ਤੀਸਰਾ ਵੱਡਾ ਹਿੱਸਾ ਨੇ। ਅਮਰੀਕਾ ਵਿੱਚ ਰਹਿ ਰਹੇ 1 ਕਰੋੜ ਗੈਰ ਕਾਨੂੰਨੀ ਪ੍ਰਵਾਸੀਆਂ ਵਿੱਚੋਂ 6 ਲੱਖ ਭਾਰਤੀ ਨੇ। ਮੈਕਸੀਕੋ ਸਰਹੱਦ ਤੋਂ ਆਉਣ ਵਾਲੇ ਵੜੇ ਗਏ ਲੋਕਾਂ ਵਿੱਚ 2007 ਵਿੱਚ 76 ਭਾਰਤੀ, 2019 ਵਿੱਚ 7600 ਭਾਰਤੀ ਅਤੇ 2021 ਵਿੱਚ 2600 ਭਾਰਤੀ ਫੜੇ ਗਏ ਸਨ। ਇਸ ਸਾਲ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਵਿੱਚ 40% ਭਾਰਤੀ, 80% ਚੀਨ ਦੇ ਅਤੇ 99% ਫਿਲੀਪੀਨ ਦੇ ਨਾਗਰਿਕ ਫੜੇ ਗਏ। ਹੋਮਲੈਂਡ ਸਿਕਿਉਰਿਟੀ ਏਜੰਟ ਡੇਵਿਡ ਪੀਟਰਸ ਨੇ ਦੱਸਿਆ ਕਿ ਉਬੇਰ ਜ਼ਰੀਏ ਏਸ਼ੀਆ ਖਾਸ ਕਰਕੇ ਭਾਰਤ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਿਆਂਦਾ ਜਾ ਰਿਹਾ। ਕਾਨੂੰਨੀ ਪੇਚੀਦਗੀਆਂ ਨਾਲ ਨਜਿੱਠਣ ਲਈ ਅਕਸਰ ਉਹਨਾਂ ਕੋਲ ਜਾਲੀ ਦਸਤਾਵੇਜ਼ ਹੁੰਦੇ ਨੇ। ਗਿੱਲ ਗੈਂਗ ਦੇ 17 ਉਬੇਰ ਖਾਤੇ ਮਿਲੇ ਨੇ। ਉਸਨੇ ਇੱਕ ਖਾਤੇ ਨਾਲ 90 ਯਾਤਰਾਵਾਂ ਕੀਤੀਆਂ। ਇਸ ਗਰੋਹ ਨੇ ਲਗਭਗ 1530 ਚੱਕਰ ਲਗਾਏ ਅਤੇ ਹਜ਼ਾਰਾਂ ਭਾਰਤੀਆਂ ਨੂੰ ਅਮਰੀਕਾ ਅੰਦਰ ਲਿਆਂਦਾ। ਭਾਰਤੀ ਅਮਰੀਕਾ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਆਪਣੀ ਜਾਨ ਨੂੰ ਜ਼ੋਖਮ ਵਿੱਚ ਪਾ ਰਹੇ ਨੇ। ਇਸ ਸਾਲ 21 ਜਨਵਰੀ ਨੂੰ ਅਮਰੀਕਾ ਤੋਂ ਸਿਰਫ 30 ਫੁੱਟ ਦੂਰ ਕੈਨੇਡਾ ਵਿੱਚ ਇੱਕ ਗੁਜਰਾਤੀ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਬਰਫ਼ ਵਿੱਚ ਦੱਬੀਆਂ ਮਿਲੀਆਂ ਸਨ। ਪਰਿਵਾਰ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਪ੍ਰਵਾਸ ਕਰਨਾ ਚਾਹੁੰਦਾ ਸੀ ਅਤੇ ਬਰਫ਼ ਦੇ ਤੋਦੇ ਦੀ ਮਾਰ ਹੇਠ ਆ ਗਿਆ। ਇਸੇ ਤਰ੍ਹਾਂ ਪਿਛਲੇ ਦਿਨੀ ਅਮਰੀਕੀ ਸਰਹੱਦ ਤੇ ਗਸ਼ਤੀ ਟੀਮ ਨੇ ਡੁੱਬਦੀ ਕਿਸ਼ਤੀ ਤੋਂ 6 ਭਾਰਤੀਆਂ ਨੂੰ ਬਚਾਇਆ ਸੀ। ਉਹਨਾਂ ਖਿਲਾਫ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਪਾਏ ਜਾਣ ਤੇ ਉਹਨਾਂ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਕਸਟਮ ਟੈਕਸ ਅਤੇ ਬਾਰਡਰ ਪ੍ਰੋਟੈਕਸ਼ਨ ਸਕੁਐਡ ਨੇ ਅਪ੍ਰੈਲ 'ਚ ਕੈਨੇਡਾ ਤੋਂ ਗੈਰ ਕਾਨੂੰਨੀ ਤੌਰ ਤੇ ਆਉਣ ਵਾਲੇ 1197 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ। ਇਹ ਗਿਣਤੀ ਇਸ ਰੂਟ ਤੇ ਫੜੇ ਗਏ ਕੁੱਲ ਲੋਕਾਂ ਦਾ 13% ਹੈ। ਕੈਨੇਡਾ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸ ਦਾ ਨਵਾਂ ਗੇਟਵੇ ਬਣ ਰਿਹਾ। ਇੱਕ ਅੰਦਾਜ਼ੇ ਮੁਤਾਬਕ ਇਸ ਰਸਤੇ ਤੋਂ ਗੈਰ ਕਾਨੂੰਨੀ ਢੰਗ ਨਾਲ ਆਉਣ ਵਾਲੇ ਲੋਕਾਂ ਵਿੱਚ 25 ਤੋਂ 30% ਭਾਰਤੀ ਨੇ। ਦਰਅਸਲ ਅਮਰੀਕਾ ਮੈਕਸੀਕੋ ਸਰਹੱਦ ਤੇ ਸਖਤ ਨਿਗਰਾਨੀ ਤੋਂ ਬਾਅਦ ਲੋਕ ਉੱਤਰੀ ਸਰਹੱਦ ਵੱਲ ਖਿੱਚੇ ਗਏ ਨੇ। ਕੈਨੇਡਾ ਦੇ ਹਵਾਈ ਅੱਡਿਆਂ ਤੇ ਲੰਬੀਆਂ ਕਤਾਰਾਂ ਵਿੱਚ ਉਲਝ ਰਹੇ ਹਵਾਈ ਯਾਤਰੀਆਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸੇ ਵਿਚਾਲੇ ਕੈਨੇਡਾ ਦੀਆਂ ਸਭ ਤੋਂ ਵੱਡੀਆਂ ਹਵਾਈ ਕੰਪਨੀਆਂ ਵਿੱਚ ਸ਼ਾਮਲ ਏਅਰ ਕੈਨੇਡਾ ਵੱਡਾ ਕਦਮ ਚੁੱਕਣ ਜਾ ਰਹੀ ਹੈ। ਇਸ ਕੰਪਨੀ ਨੇ ਗਾਹਕ ਸੇਵਾ ਵਿੱਚ ਕਮੀ ਦੇ ਚਲਦਿਆਂ ਜੁਲਾਈ ਅਤੇ ਅਗਸਤ ਮਹੀਨੇ ਵਿੱਚ ਆਪਣੀਆਂ ਫਲਾਈਟਸ ਦੀ 15% ਦੀ ਗਿਣਤੀ ਘਟਾਉਣ ਦਾ ਫੈਸਲਾ ਲਿਆ। ਏਅਰ ਕੈਨੇਡਾ ਦੇ ਪ੍ਰਧਾਨ ਮਾਈਕਲ ਰੂਸੋ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਹਾਮਾਰੀ ਦਾ ਖੌਫ ਘਟਣ ਕਾਰਨ ਯਾਤਰੀਆਂ ਦੀ ਗਿਣਤੀ ਹਵਾਈ ਅੱਡਿਆਂ ਤੇ ਕਾਫੀ ਤੇਜ਼ੀ ਨਾਲ ਵਧੀ ਹੈ। ਇਸ ਕਾਰਨ ਹਵਾਈ ਕੰਪਨੀਆਂ ਨੂੰ ਗਾਹਕ ਸੇਵਾ ਵਿੱਚ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਲਈ ਜੁਲਾਈ ਅਤੇ ਅਗਸਤ ਮਹੀਨੇ ਵਿੱਚ ਏਅਰ ਕੈਨੇਡਾ ਦੀਆਂ ਫਲਾਈਟਸ ਘਟਾਉਣ ਦਾ ਕੌੜਾ ਘੁੱਟ ਭਰਨਾ ਪੈ ਸਕਦਾ ਹੈ। ਏਅਰ ਕੈਨੇਡਾ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜੁਲਾਈ ਅਤੇ ਅਗਸਤ ਮਹੀਨੇ ਵਿੱਚ ਏਅਰ ਕੈਨੇਡਾ ਦੀਆਂ ਪ੍ਰਤੀ ਦਿਨ ਲਗਭਗ 154 ਫਲਾਈਟਸ ਘਟਾਈਆਂ ਜਾਣਗੀਆਂ, ਜਦਕਿ ਮੌਜੂਦਾ ਸਮੇਂ ਇਸ ਕੰਪਨੀ ਦੀਆਂ ਪ੍ਰਤੀ ਦਿਨ ਲਗਭਗ 1000 ਫਲਾਈਟਸ ਚੱਲ ਰਹੀਆਂ ਨੇ। ਫਲਾਈਟਸ ਘਟਾਉਣ ਦਾ ਸਭ ਤੋਂ ਜ਼ਿਆਦਾ ਅਸਰ ਟੋਰਾਂਟੋ ਅਤੇ ਮੌਂਟਰੀਅਲ ਦੇ 에ਅਰਪੋਰਟਸ ਤੇ ਆਉਣ ਜਾਣ ਵਾਲੀਆਂ ਉਡਾਣਾਂ ਤੇ ਪਏਗਾ। ਨਵੀਆਂ ਤਬਦੀਲੀਆਂ ਨਾਲ ਇਹਨਾਂ ਫਲਾਈਟਸ ਦੀ ਫ੍ਰੀਕੁਐਂਸੀ ਘਟਾ ਦਿੱਤੀ ਜਾਏਗੀ। ਇਸ ਨੂੰ ਮੁੱਢਲੇ ਤੌਰ ਤੇ ਸ਼ਾਮ ਨੂੰ ਅਤੇ ਦੇਰ ਰਾਤ ਚੱਲਣ ਵਾਲੇ ਹਵਾਈ ਕੰਪਨੀ ਦੇ ਛੋਟੇ ਜਹਾਜ਼ਾਂ ਤੇ ਜ਼ਿਆਦਾ ਅਸਰ ਪਏਗਾ। ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਸ ਸਮੇਂ ਹਲਚਲ ਮਚ ਗਈ ਜਦੋਂ ਡਾਇਰੈਕਟਰ ਨੂੰ ਸਿੰਗਾਪੁਰ ਤੋਂ ਆਉਣ ਵਾਲੀ ਫਲਾਈਟ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ। ਡਾਇਰੈਕਟਰ ਨੇ ਤੁਰੰਤ ਸੁਰੱਖਿਆ ਨੂੰ ਅਲਰਟ ਕਰ ਦਿੱਤਾ ਤੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ। ਇਸ ਤੋਂ ਬਾਅਦ ਸ਼ਾਮ 6:40 ਤੇ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰਨ ਵਾਲੀ ਸਕੂਟ ਫਲਾਈਟ ਨੰਬਰ TR509 ਨੂੰ ਉਤਰਦੇ ਹੀ ਘੇਰ ਲਿਆ ਗਿਆ। ਦੇਰ ਰਾਤ ਤੱਕ ਫਲਾਈਟ ਵਿੱਚ ਸਰਚ ਆਪਰੇਸ਼ਨ ਜਾਰੀ ਰਿਹਾ ਪਰ ਤਲਾਸ਼ੀ ਵਿੱਚ ਕੁਝ ਨਹੀਂ ਮਿਲਿਆ ਤੇ ਦੇਰ ਰਾਤ ਫਲਾਈਟ ਦੁਬਾਰਾ ਸਿੰਗਾਪੁਰ ਲਈ ਰਵਾਨਾ ਹੋ ਗਈ। ਇਸ ਤੋਂ ਬਾਅਦ ਅੰਦਾਜ਼ਾ ਲਗਾਇਆ ਗਿਆ ਹੈ ਕਿ ਕਿਸੇ ਨੇ ਫਰਜ਼ੀ ਕਾਲ ਕਰਕੇ ਇਹ ਅਫਵਾਹ ਫੈਲਾਈ ਸੀ। ਪੁਲਿਸ ਹੁਣ ਕਾਲ ਕਰਨ ਵਾਲੇ ਦੀ ਭਾਲ ਕਰ ਰਹੀ ਹੈ। ਏਅਰਪੋਰਟ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਸ਼ਾਮ ਨੂੰ ਡਾਇਰੈਕਟਰ VK ਸੇਠ ਨੂੰ ਦਫ਼ਤਰ ਦੇ ਨੰਬਰ ਤੇ ਕਾਲ ਆਈ। ਫੋਨ ਕਰਨ ਵਾਲੇ ਨੇ ਦੱਸਿਆ ਕਿ ਜਹਾਜ਼ ਵਿੱਚ ਬੰਬ ਹੈ ਜੋ ਕੁਝ ਦੇਰ ਬਾਅਦ ਅੰਮ੍ਰਿਤਸਰ ਏਅਰਪੋਰਟ ਤੇ ਉਤਰਨਾ ਸੀ। ਇਸ ਤੋਂ ਬਾਅਦ ਏਅਰਪੋਰਟ ਡਾਇਰੈਕਟਰ ਨੇ CISF ਦੀ ਐਂਟੀ ਸਪੈਟੋਸ ਟੀਮ ਹਰਕਤ ਵਿੱਚ ਆ ਗਈ ਅਤੇ ਜਿਵੇਂ ਸ਼ਾਮ 6:40 ਤੇ ਫਲਾਈਟ ਲੈਂਡ ਹੋਈ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ। ਸੁਰੱਖਿਆ ਲਈ ਡੌਗ ਸਕੁਐਡ ਟੀਮ ਬੁਲਾਈ ਗਈ। ਵਿਸ਼ੇਸ਼ ਜੰਤਰ ਵੀ ਲਿਆਂਦਾ ਗਿਆ ਸੀ ਤਾਂ ਜੋ ਜਹਾਜ਼ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਸਕੇ। CISF ਟੀਮ ਦੀ ਫਲਾਈਟ ਰਨਵੇ ਦੇ ਇੱਕ ਪਾਸੇ ਖੜੀ ਸੀ। ਇਸ ਤੋਂ ਬਾਅਦ ਯਾਤਰੀਆਂ ਨੂੰ ਸੁਰੱਖਿਅਤ ਉਤਾਰਿਆ ਗਿਆ ਤੇ ਯਾਤਰੀਆਂ ਤੇ ਉਹਨਾਂ ਦੇ ਸਮਾਨ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਗਈ।
ਲੰਡਨ ਦੇ ਹਵਾਈ ਅੱਡੇ ਹੀਥਰੋ ਤੋਂ 30 ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਹੀਥਰੋ ਹਵਾਈ ਅੱਡੇ ਤੇ ਲੱਗੀਆਂ ਲੰਬੀਆਂ ਕਤਾਰਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਹਵਾਈ ਕੰਪਨੀਆਂ ਨੂੰ 30 ਉਡਾਣਾਂ ਰੱਦ ਕਰਨ ਬਾਰੇ ਕਿਹਾ ਸੀ। ਹਵਾਈ ਅੱਡੇ ਦੇ ਬੁਲਾਰੇ ਅਨੁਸਾਰ ਯਾਤਰੀਆਂ ਦੀ ਸੁਰੱਖਿਆ ਲਈ ਉਡਾਣਾਂ ਰੱਦ ਕਰਨੀਆਂ ਜ਼ਰੂਰੀ ਸੀ। ਯਾਤਰੀਆਂ ਵਿੱਚ ਇਸ ਗੱਲ ਨੂੰ ਲੈ ਕੇ ਵੀ ਰੋਸ ਹੈ ਕਿ ਉਹਨਾਂ ਨੂੰ ਅਗਾਊਂ ਜਾਣਕਾਰੀ ਦਿੱਤੇ ਬਿਨਾਂ ਹੀ ਅਚਾਨਕ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਕਿ ਪ੍ਰਭਾਵਿਤ ਯਾਤਰੀਆਂ ਨੂੰ ਦੁਬਾਰਾ ਬੁਕਿੰਗ ਕਰਨ ਲਈ ਹਵਾਈ ਕੰਪਨੀਆਂ ਨਾਲ ਮਿਲ ਕੇ ਕੰਮ ਕਰ ਰਹੇ ਨੇ। ਅਮਰੀਕਾ ਵਿੱਚ ਕੇਤਨ ਜੀ ਬ੍ਰਾਊਨ ਜੈਕਸਨ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ ਹੈ। ਇਸ ਦੇ ਨਾਲ ਹੀ ਉਹ ਦੇਸ਼ ਦੀ ਚੋਟੀ ਦੀ ਅਦਾਲਤ ਵਿੱਚ ਪਹਿਲੀ ਗੈਰ ਗੋਰੀ ਮਹਿਲਾ ਜੱਜ ਵੀ ਬਣ ਗਈ ਹੈ। 51 ਸਾਲਾ ਜੈਕਸਨ ਅਦਾਲਤ ਦੀ 116ਵੀਂ ਜੱਜ ਹੈ ਅਤੇ ਉਹਨਾਂ ਨੇ ਵੀਰਵਾਰ ਨੂੰ ਉਸ ਜੱਜ ਦੀ ਥਾਂ ਲਈ ਜਿਸ ਦੇ ਲਈ ਉਹਨਾਂ ਨੇ ਕਦੇ ਕੰਮ ਕੀਤਾ ਸੀ। ਜਸਟਿਸ ਸਟੀਫਨ ਬ੍ਰੇਅਰ ਅੱਜ ਸੇਵਾ ਮੁਕਤ ਹੋ ਗਏ। ਕੁਝ ਦੇਰ ਬਾਅਦ ਜੈਕਸਨ ਨੇ ਸੁਪਰੀਮ ਕੋਰਟ ਦੇ ਜੱਜਾਂ ਲਈ ਲੋੜੀਂਦੀਆਂ 2 ਸਹੁੰ ਚੁੱਕੀਆਂ, ਇੱਕ ਬ੍ਰੇਅਰ ਦੁਆਰਾ ਜਦਕਿ ਦੂਜੀ ਚੀਫ ਜਸਟਿਸ ਜੌਨ ਰੌਬਰਟ ਵੱਲੋਂ ਦਿਵਾਈ ਗਈ। ਅਦਾਲਤ ਵੱਲੋਂ ਇੱਕ ਜਾਰੀ ਬਿਆਨ ਵਿੱਚ ਜੈਕਸਨ ਨੇ ਕਿਹਾ ਕਿ ਮੈਂ ਦਿਲੋਂ ਅਮਰੀਕਾ ਦੇ ਸੰਵਿਧਾਨ ਦਾ ਸਮਰਥਨ ਕਰਨ ਅਤੇ ਰੱਖਿਆ ਕਰਨ ਅਤੇ ਬਿਨਾਂ ਕਿਸੇ ਡਰ ਜਾਂ ਪੱਖ ਦੇ ਨਿਆਂ ਕਰਨ ਦੀ ਗੰਭੀਰ ਜ਼ਿੰਮੇਵਾਰੀ ਸਵੀਕਾਰ ਕਰਦੀ ਹਾਂ। ਇਸ ਲਈ ਪਰਮਾਤਮਾ ਮੇਰੀ ਮਦਦ ਕਰੇ। ਮੈਂ ਆਪਣੇ ਸਾਰੇ ਨਵੇਂ ਸਹਿਯੋਗੀਆਂ ਦਾ ਨਿੱਘਾ ਸਵਾਗਤ ਕਰਦੇ ਹੋਏ ਦਿਲੋਂ ਧੰਨਵਾਦ ਕਰਦੀ ਹਾਂ। ਰੂਸ ਦੇ ਮੁਕਾਬਲੇ ਯੂਕਰੇਨ ਨਾਲ ਮਜ਼ਬੂਤੀ ਨਾਲ ਖੜਾ ਬ੍ਰਿਟੇਨ ਉਸ ਨੂੰ 1 ਅਰਬ ਪਾਉਂਡ ਦੀ ਫੌਜੀ ਮਦਦ ਦੇਗਾ। ਬ੍ਰਿਟਿਸ਼ ਸਰਕਾਰ ਨੇ ਕਿਹਾ ਹੈ ਕਿ ਪੱਛਮੀ ਦੇਸ਼ਾਂ ਲਈ ਰੂਸ ਸਭ ਤੋਂ ਵੱਡਾ ਖਤਰਾ ਹੈ। ਮੈਡਰਿਡ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਨੂੰ 80 ਕਰੋੜ ਡਾਲਰ ਦੀ ਨਵੀਂ ਫੌਜੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਸੀ। ਮੈਡਰਿਡ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਵੀ ਕਿਹਾ ਕਿ ਇਸ ਨਵੀਂ ਸਹਾਇਤਾ ਨਾਲ ਯੂਕਰੇਨੀ ਫੌਜ ਦੀ ਸਮਰੱਥਾ ਵਧੇਗੀ ਅਤੇ ਉਹ ਹੋਰ ਬਿਹਤਰ ਤਰੀਕੇ ਨਾਲ ਰੂਸੀ ਫੌਜ ਦਾ ਮੁਕਾਬਲਾ ਕਰ ਸਕੇਗੀ। ਪੁਤਿਨ ਨੂੰ ਹਰਾਉਣ ਲਈ ਯੂਕਰੇਨ ਨਾਲ ਅਸੀਂ ਇਸੇ ਤਰ੍ਹਾਂ ਖੜੇ ਰਹਿਣਗੇ। ਹੁਣ ਤੱਕ ਬ੍ਰਿਟੇਨ ਨੇ ਯੂਕਰੇਨ ਨੂੰ ਕੁੱਲ 3 ਅਰਬ ਪਾਉਂਡ ਦੀ ਫੌਜ ਹੋਰ ਆਰਥਿਕ ਮਦਦ ਦਿੱਤੀ ਹੈ। ਇਸੇ ਤਰ੍ਹਾਂ ਬ੍ਰਿਟੇਨ ਅਮਰੀਕਾ ਦੇ ਬਾਅਦ ਯੂਕਰੇਨ ਨੂੰ ਸਭ ਤੋਂ ਵੱਧ ਸਹਾਇਤਾ ਦੇਣ ਵਾਲਾ ਦੇਸ਼ ਬਣ ਗਿਆ। ਨਾਟੋ ਸਮਿਟ ਦੇ ਆਖਰੀ ਦਿਨ ਅਮਰੀਕਾ ਦੇ ਰਾਸ਼ਟਰਪਤੀ ਬਾਈਡਨ ਨੇ ਯੂਕਰੇਨ ਨੂੰ 80 ਕਰੋੜ ਡਾਲਰ ਦੀ ਵਾਧੂ ਫੌਜੀ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸ ਸਹਾਇਤਾ ਤਹਿਤ ਯੂਕਰੇਨ ਨੂੰ ਜਲਦ ਆਧੁਨਿਕ ਹਥਿਆਰਾਂ ਦਾ ਜ਼ਖੀਰਾ ਮੁਹੱਈਆ ਕਰਵਾਇਆ ਜਾਏਗਾ। ਇਨ੍ਹਾਂ ਹਥਿਆਰਾਂ ਨਾਲ ਯੂਕਰੇਨ ਬਿਹਤਰ ਤਰੀਕੇ ਨਾਲ ਰੂਸੀ ਫੌਜ ਨਾਲ ਲੜ ਸਕੇਗਾ। ਇਸ ਸਹਾਇਤਾ ਵਿੱਚ ਆਧੁਨਿਕ 에ਅਰ ਡਿਫੈਂਸ ਸਿਸਟਮ, ਕਾਊਂਟਰ ਬੈਟਰੀ, ਰਡਾਰ ਤੇ ਦੂਰ ਤੱਕ ਮਾਰ ਕਰਨ ਵਾਲੇ ਰਾਕੇਟ ਸਿਸਟਮ ਹੋਣਗੇ। 24 ਫਰਵਰੀ ਨੂੰ ਯੂਕਰੇਨ ਤੇ ਰੂਸੀ ਹਮਲੇ ਦੀ ਸ਼ੁਰੂਆਤ ਦੇ ਬਾਅਦ ਤੋਂ ਅਮਰੀਕਾ ਦਾ ਇਹ 14ਵਾਂ ਫੌਜੀ ਸਹਾਇਤਾ ਪੈਕੇਜ ਹੈ। ਇਨ੍ਹਾਂ ਪੈਕੇਜਾਂ ਵਿੱਚ ਅਮਰੀਕਾ ਨੇ ਲਗਭਗ 7 ਅਰਬ ਡਾਲਰ ਦੇ ਹਥਿਆਰ ਯੂਕਰੇਨ ਨੂੰ ਦਿੱਤੇ ਨੇ। ਬਾਈਡਨ ਨੇ ਯੂਰਪ ਵਿੱਚ ਗੈਸ ਕੀਮਤ ਵਿੱਚ ਵਾਧੇ ਤੇ ਚਿੰਤਾ ਵੀ ਪ੍ਰਗਟ ਕੀਤੀ ਹੈ। ਉਹਨਾਂ ਨੇ ਕਿਹਾ ਕਿ ਰੂਸ ਗੈਸ ਦਾ ਇਸਤੇਮਾਲ ਹਥਿਆਰਾਂ ਵਜੋਂ ਕਰ ਰਿਹਾ ਹੈ। ਬਾਈਡਨ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਯੂਕਰੇਨ ਵਿੱਚ ਯੁੱਧ ਕਦੋਂ ਖਤਮ ਹੋਏਗਾ, ਪਰ ਉਹ ਇਹ ਜਾਣਦੇ ਨੇ ਕਿ ਯੂਕਰੇਨ ਵਿੱਚ ਰੂਸ ਦੀ ਹਾਰ ਨਾਲ ਇਹ ਯੁੱਧ ਖਤਮ ਹੋਏਗਾ। ਯੂਕਰੇਨ ਰੂਸ ਜੰਗ ਦੌਰਾਨ ਰੂਸ ਦਾ ਸਮਰਥਨ ਕਰਨ ਲਈ ਅਮਰੀਕਾ ਨੇ ਚੀਨ ਅਤੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਦੀਆਂ 36 ਤੋਂ ਵੱਧ ਕੰਪਨੀਆਂ ਨੂੰ ਬਲੈਕਲਿਸਟ ਕੀਤਾ ਹੈ। ਜੋ ਬਾਈਡਨ ਦੇ ਪ੍ਰਸ਼ਾਸਨ ਨੇ ਇਹ ਕਦਮ ਉਦੋਂ ਚੁੱਕਿਆ ਹੈ ਜਦੋਂ ਉਹ ਰੂਸ ਦੇ ਫੌਜੀ ਅਤੇ ਉਦਯੋਗਿਕ ਕਾਰਜਾਂ ਦਾ ਸਮਰਥਨ ਕਰਦਾ ਹੈ। ਇਹਨਾਂ ਵਿੱਚ 5 ਚੀਨੀ ਕੰਪਨੀਆਂ ਸ਼ਾਮਲ ਨੇ ਜਿਨ੍ਹਾਂ ਨੇ ਰੂਸੀ ਫੌਜੀ ਅਤੇ ਰੱਖਿਆ ਪ੍ਰਣਾਲੀਆਂ ਨੂੰ ਸਹਾਇਤਾ ਪ੍ਰਦਾਨ ਕੀਤੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਵੱਲੋਂ ਜਿਨ੍ਹਾਂ ਕੰਪਨੀਆਂ ਨੂੰ ਬਲੈਕਲਿਸਟ ਕੀਤਾ ਗਿਆ ਉਹਨਾਂ ਵਿੱਚ ਰੂਸ, ਸੰਯੁਕਤ ਅਰਬ ਅਮੀਰਾਤ, ਲਿਥੁਆਨੀਆ, ਪਾਕਿਸਤਾਨ, ਸਿੰਗਾਪੁਰ, ਯੂਕੇ, ਉਜ਼ਬੇਕਿਸਤਾਨ, ਵਿਅਤਨਾਮ ਆਦਿ ਦੇਸ਼ ਦੀਆਂ ਕੰਪਨੀਆਂ ਸ਼ਾਮਲ ਨੇ। ਇਹਨਾਂ 36 ਕੰਪਨੀਆਂ ਵਿੱਚੋਂ 25 ਨੇ ਆਪਣੇ ਸੰਚਾਲਨ ਚੀਨ ਵਿੱਚ ਕੀਤੇ ਸਨ। ਅਮਰੀਕਾ ਨੇ ਕਿਹਾ ਕਿ ਪਾਬੰਦੀਆਂ ਲੱਗਣ ਤੋਂ ਬਾਅਦ ਵੀ ਇਹਨਾਂ ਕੰਪਨੀਆਂ ਨੇ ਰੂਸ ਨਾਲ ਸਮਝੌਤਾ ਕਰਨਾ ਅਤੇ ਮਾਲ ਦੀ ਸਪਲਾਈ ਜਾਰੀ ਰੱਖੀ ਹੈ। ਇਹ ਉਹਨਾਂ ਕੰਪਨੀਆਂ ਤੇ ਦੇਸ਼ਾਂ ਲਈ ਸਖਤ ਸੰਦੇਸ਼ ਹੈ ਕਿ ਜੋ ਰੂਸ ਦਾ ਸਮਰਥਨ ਕਰਨਗੇ ਅਮਰੀਕਾ ਉਸ ਨੂੰ ਬਾਕੀ ਦੁਨੀਆ ਨਾਲੋਂ ਘੱਟ ਦੇਗਾ। 3 ਚੀਨੀ ਕੰਪਨੀਆਂ ਕੋਨੇਕ ਇਲੈਕਟ੍ਰੋਨਿਕ ਲਿਮਟਿਡ, ਹਾਂਗਕਾਂਗ ਸਥਿਤ ਵਰਲਡ ਜੇਟਾ ਤੇ ਲੌਜਿਸਟਿਕਸ ਲਿਮਟਿਡ ਤੇ ਰੂਸੀ ਫੌਜ ਦੀ ਮਦਦ ਕਰਨ ਦਾ ਦੋਸ਼ ਹੈ। ਅਮਰੀਕਾ ਵਿੱਚ ਭਾਰਤੀ ਮੂਲ ਦੇ ਸੰਸਦ ਮੈਂਬਰ ਰਾਜਾ ਕ੍ਰਿਸ਼ਨਾ ਮੂਰਤੀ ਨੇ ਇਲੀਨੋਇਸ ਸੂਬੇ ਤੋਂ ਡੈਮੋਕ੍ਰੈਟਿਕ ਪਾਰਟੀ ਦੀ ਪ੍ਰਾਇਮਰੀ ਚੋਣ ਜਿੱਤ ਲਈ ਹੈ। ਕ੍ਰਿਸ਼ਨਾ ਮੂਰਤੀ ਨੇ ਆਪਣੇ ਵਿਰੋਧੀ ਜ਼ੁਨੈਦ ਅਹਿਮਦ ਦੁਆਰਾ ਚਲਾਈ ਗਈ ਵਿਸ਼ਾਲ ਫਿਰਕੂ ਮੁਹਿੰਮ ਦੇ ਬਾਵਜੂਦ ਫੈਸਲਾ ਕੁੰਜਨ ਆਦੇਸ਼ ਹਾਸਲ ਕੀਤਾ। ਇਲੀਨੋਇਸ ਸੂਬੇ ਵਿੱਚ ਕ੍ਰਿਸ਼ਨਾ ਮੂਰਤੀ ਨੇ ਜ਼ੁਨੈਦ ਅਹਿਮਦ ਨੂੰ 71% ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਕ੍ਰਿਸ਼ਨਾ ਮੂਰਤੀ ਨੇ ਇਸ ਜਿੱਤ ਤੋਂ ਬਾਅਦ ਕਿਹਾ ਕਿ ਮੈਂ ਇਸ ਜਿੱਤ ਨਾਲ ਬੇहद ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਇਲੀਨੋਇਸ ਦੇ 8ਵੇਂ ਜ਼ਿਲ੍ਹੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਾਇਮਰੀ ਵੋਟਰਾਂ ਨੇ ਅਮਰੀਕੀ ਕਾਂਗਰਸ ਲਈ ਮੇਰੀ ਮੋੜ ਚੋਣ ਲਈ ਵੱਡੀ ਗਿਣਤੀ ਵਿੱਚ ਵੋਟ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਇਲੀਨੋਇਸ ਸੂਬੇ ਦੇ ਲੋਕ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਚਾਹੁੰਦੇ ਨੇ। ਮੈਂ ਕਾਂਗਰਸ ਵਿੱਚ ਮੱਧ ਵਰਗ ਦੇ ਲੋਕਾਂ ਨਾਲ ਜੁੜੇ ਮੁੱਦਿਆਂ ਅਤੇ ਔਰਤਾਂ ਦੇ ਗਰਭ ਅਵਸਥਾ ਦੇ ਅਧਿਕਾਰਾਂ ਦੀ ਗੱਲ ਕਰਾਂਗਾ। ਇਸ ਤੋਂ ਇਲਾਵਾ ਮਹਿੰਗਾਈ ਅਤੇ ਗੈਸ ਦੀਆਂ ਵੱਧਦੀਆਂ ਕੀਮਤਾਂ ਖਿਲਾਫ ਵੀ ਆਵਾਜ਼ ਬੁਲੰਦ ਕਰਦਾ ਰਹਾਂਗਾ। ਮੈਂ ਆਉਣ ਵਾਲੇ ਮਹੀਨਿਆਂ ਵਿੱਚ
ਇਹਨਾਂ ਮੁੱਦਿਆਂ ਨੂੰ ਹੱਲ ਕਰਨ ਲਈ ਅਣਥੱਕ ਕੰਮ ਕਰਨਾ ਜਾਰੀ ਰੱਖਾਂਗਾ। ਕ੍ਰਿਸ਼ਨਾਮੂਰਤੀ 2017 ਤੋਂ ਇਲੀਨੋਇਸ ਦੇ 8ਵੇਂ ਜ਼ਿਲ੍ਹੇ ਲਈ ਅਮਰੀਕੀ ਕਾਂਗਰਸ ਦੇ ਮੈਂਬਰ ਵਜੋਂ ਸੇਵਾ ਕਰ ਰਹੇ ਨੇ। ਕ੍ਰਿਸ਼ਨਾਮੂਰਤੀ ਦੇ ਮਾਤਾ-ਪਿਤਾ ਤਾਮਿਲਨਾਡੂ ਤੋਂ ਨੇ। ਅਮਰੀਕੀ ਕਾਂਗਰਸ ਦੇ 3 ਵਾਰ ਮੈਂਬਰ ਰਹਿ ਚੁੱਕੇ ਕ੍ਰਿਸ਼ਨਾਮੂਰਤੀ ਦਾ ਜਨਮ ਨਵੀਂ ਦਿੱਲੀ ਵਿੱਚ ਹੋਇਆ ਸੀ। ਉਹ 8 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਆਮ ਚੋਣਾਂ ਵਿੱਚ ਰਿਪਬਲਿਕ ਕ੍ਰਿਸ ਡਗਲਸ ਦਾ ਸਾਹਮਣਾ ਕਰਨਗੇ। ਅਮਰੀਕੀ ਪੌਪ ਗਾਇਕ ਆਰ ਕੈਲੀ ਨੂੰ ਔਰਤਾਂ ਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਤੋਂ ਬਾਅਦ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 30 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੂਤਰਾਂ ਦੇ ਮੁਤਾਬਕ R&D ਸੰਗੀਤਕ ਸ਼ੈਲੀ ਦੇ 55 ਸਾਲਾ ਕਲਾਕਾਰਾਂ ਨੂੰ ਪਿਛਲੇ ਸਾਲ ਸਤੰਬਰ ਵਿੱਚ ਨਿਊਯਾਰਕ ਵਿੱਚ ਜੌਨ ਤਸਕਰੀ ਨਾਲ ਸੰਬੰਧਿਤ ਅਪਰਾਧਾਂ ਵਿੱਚ ਦੋਸ਼ੀ ਪਾਇਆ ਗਿਆ ਸੀ। ਔਰ ਕੈਲੀ ਦੇ ਵਕੀਲ ਨੇ ਕਿਹਾ ਕਿ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਹ ਅੱਗੇ ਅਪੀਲ ਕਰੇਗਾ। ਦੱਸਿਆ ਜਾ ਰਿਹਾ ਹੈ ਕਿ ਫੈਸਲਾ ਸੁਣਾਏ ਜਾਣ ਦੇ ਸਮੇਂ ਕੈਲੀ ਜੇਲ੍ਹ ਦੇ ਪਹਿਰਾਵੇ ਅਤੇ ਕਾਲੇ ਚਸ਼ਮੇ ਵਿੱਚ ਨਜ਼ਰ ਆਇਆ ਸੀ, ਜਿਸ ਦੌਰਾਨ ਉਸਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਤੇ ਕੋਈ ਜਵਾਬ ਨਹੀਂ ਦਿੱਤਾ। US ਦੇ ਜ਼ਿਲ੍ਹਾ ਅਦਾਲਤ ਦੇ ਜੱਜ ਐਨ ਡੋਨਾਲੀ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਆਰ ਕੈਲੀ ਨੇ ਜੌਨ ਸ਼ੋਸ਼ਣ ਨੂੰ ਆਪਣੇ ਹਥਿਆਰਾਂ ਵਜੋਂ ਵਰਤਿਆ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਪੀੜਤਾਂ ਨਾਲ ਅਜਿਹਾ ਵਿਵਹਾਰ ਕੀਤਾ ਜੋ ਅਸਹਿਣ ਸੀ। ਇਸ ਤੋਂ ਬਾਅਦ ਪੀੜਤਾਂ ਨੂੰ ਜੌਨ ਸੰਬੰਧਿਤ ਬਿਮਾਰੀਆਂ ਵਿੱਚ ਵੀ ਸ਼ਾਮਲ ਹੋਣਾ ਪਿਆ। ਦੱਸ ਦਈਏ ਕਿ ਅਦਾਲਤ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਕੈਲੀ ਨੇ 1994 ਵਿੱਚ ਗਾਇਕਾ ਆਲੀਆ ਨਾਲ ਵਿਆਹ ਕੀਤਾ ਸੀ ਜਦੋਂ ਉਹ ਕੇਵਲ 15 ਸਾਲ ਦੀ ਸੀ। ਹਾਲਾਂਕਿ ਫਿਰ ਸਰਟੀਫਿਕੇਟ ਨੇ ਉਸ ਦੀ ਉਮਰ 18 ਸਾਲ ਦਰਸਾਈ ਗਈ ਸੀ। ਉਹਨਾਂ ਦਾ ਵਿਆਹ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ ਸੀ ਤੇ 9 ਸਾਲਾਂ ਬਾਅਦ ਆਲੀਆ ਦਾ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਸੀ। ਪੈਸੇ ਕਮਾਉਣ ਲਈ ਦੁਨੀਆ ਵਿੱਚ ਲੋਕ ਤਰ੍ਹਾਂ ਦੇ ਬਿਜ਼ਨਸ ਕਰਦੇ ਨੇ। ਇਸ ਵਿੱਚੋਂ ਕੁਝ ਤਾਂ ਰੈਗੂਲਰ ਕੰਮ ਕਰਦੇ ਨੇ ਤਾਂ ਜਾਂ ਕੁਝ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਪਹਿਲਾਂ ਕਦੇ ਸੋਚਿਆ ਨਹੀਂ ਹੁੰਦਾ। ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਅਜਿਹਾ ਹੀ ਅਨੋਖਾ ਕੰਮ ਅਪਣਾ ਕੇ ਆਪਣੀ ਕਮਾਈ ਨੂੰ ਵਧਾ ਲਿਆ। ਦਿਲਚਸਪ ਗੱਲ ਇਹ ਹੈ ਕਿ ਪੈਸੇ ਕਮਾਉਣ ਲਈ ਉਸਨੂੰ ਆਪਣੇ ਘਰ ਦਾ ਬਿਸਤਰਾ ਤੱਕ ਨਹੀਂ ਛੱਡਣਾ ਪੈਂਦਾ। ਜੈਕੀ ਬੌਮਮ ਨਾਂ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਦਾਅਵਾ ਹੈ ਕਿ ਲੋਕ ਉਸਨੂੰ ਨੀਂਦ ਤੋਂ ਜਗਾਉਂਦੇ ਨੇ, ਜਿਸ ਦੇ ਬਦਲੇ ਉਹ ਪੈਸਾ ਕਮਾ ਰਿਹਾ ਹੈ। ਸੋਸ਼ਲ ਮੀਡੀਆ ਇਨਫਲੂਐਂਸਰ ਨੇ ਅਜੀਬੋ-ਗਰੀਬ ਆਈਡੀਆ ਅਪਣਾਇਆ ਅਤੇ ਹੁਣ ਉਹ ਆਪਣੇ ਬਿਸਤਰੇ ਤੇ ਲੇਟੇ-ਲੇਟੇ ਲੋਕਾਂ ਨੂੰ ਪਰੇਸ਼ਾਨ ਕਰਨ ਨੂੰ ਕਹਿੰਦਾ ਹੈ ਤੇ ਇਸ ਕੰਮ ਦੇ ਬਦਲੇ ਉਹ $28,000 ਭਾਰਤੀ ਕਰੰਸੀ 26 ਲੱਖ ਰੁਪਏ ਕਮਾਉਂਦਾ ਹੈ। ਜੇਕਰ ਸਿੱਧੇ ਤੌਰ ਤੇ ਕਿਹਾ ਜਾਵੇ ਤਾਂ ਜੈਕੀ ਬਹੀਮ ਨੂੰ ਆਪਣੇ ਅਲਾਰਮ ਸਿਸਟਮ ਰਾਹੀਂ ਲੱਖਾਂ ਦਾ ਮੁਨਾਫਾ ਮਿਲ ਰਿਹਾ। ਉਸਨੇ ਆਪਣੇ ਪੂਰੇ ਬੈਡਰੂਮ ਨੂੰ ਲੇਜ਼ਰ ਸਪੀਕਰ, ਬਬਲ ਮਸ਼ੀਨ ਅਤੇ ਅਜਿਹੀਆਂ ਹੀ ਬਹੁਤ ਸਾਰੀਆਂ ਚੀਜ਼ਾਂ ਨਾਲ ਭਰ ਦਿੱਤਾ ਹੈ ਜੋ ਕਿਸੇ ਦੀ ਨੀਂਦ ਤੋੜਨ ਦਾ ਕੰਮ ਕਰ ਸਕਦੀਆਂ ਨੇ। ਇਸ ਤੋਂ ਬਾਅਦ ਇੰਟਰੈਕਟਿਵ ਲਾਈਵ ਸਟ੍ਰੀਮ ਰਾਹੀਂ ਦਰਸ਼ਕ ਬਹੀਮ ਦੇ ਬੈਡਰੂਮ ਵਿੱਚ ਰੱਖੇ ਡਿਵਾਈਸ ਨੂੰ ਕੰਟਰੋਲ ਕਰ ਸਕਦੇ ਨੇ। ਬਹੀਮ ਆਪਣੇ ਕੁਝ ਫਾਲੋਅਰਸ ਨੂੰ ਕੁਝ ਪੈਸਿਆਂ ਦੇ ਬਦਲੇ ਉਸ ਨੂੰ ਜਗਾਉਣ ਲਈ ਉਤਸ਼ਾਹਿਤ ਕਰਦਾ ਹੈ। ਜੈਕੀ ਬਹੀਮ ਦੇ 5.2 ਲੱਖ ਤੋਂ ਜ਼ਿਆਦਾ ਫਾਲੋਅਰਸ ਨੇ। ਜੈਕੀ ਬਹੀਮ ਵੱਲੋਂ ਦਿੱਤਾ ਗਿਆ ਕੰਮ ਸਧਾਰਨ ਹੁੰਦਾ ਹੈ। ਬਹੀਮ ਆਪਣੇ ਫਾਲੋਅਰਸ ਨੂੰ ਖੁਦ ਨੂੰ ਜਗਾਉਣ ਲਈ ਉਤਸ਼ਾਹਿਤ ਕਰਦਾ ਹੈ। ਇਸ ਦੇ ਲਈ ਉਹ ਕਿਸੇ ਵੀ ਅਲਾਰਮ ਜਾਂ ਕਿਸੇ ਵੀ ਗੀਤ ਦੀ ਵਰਤੋਂ ਕਰ ਸਕਦੇ ਨੇ। ਉਸਦੇ ਫਾਲੋਅਰਸ ਉਸ ਨੂੰ ਇਸ ਕੰਮ ਲਈ ਪੈਸੇ ਦਿੰਦੇ ਨੇ। ਪੰਜਾਬ ਵਿਧਾਨ ਸਭਾ ਸੈਸ਼ਨ ਦਾ ਆਖਰੀ ਦਿਨ ਸੀ। ਇਸ ਦੌਰਾਨ ਇਤਿਹਾਸਕ ਫੈਸਲਾ ਲੈਂਦਿਆਂ ਵਿਧਾਨ ਸਭਾ ਵਿੱਚ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਮਤਾ ਪਾਸ ਕਰ ਦਿੱਤਾ ਗਿਆ। ਇਹ ਮਤਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਸ ਕੀਤਾ ਗਿਆ। ਸੀਐਮ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਤੋਂ ਪਹਿਲਾਂ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਆਰਡੀਨੈਂਸ ਪਾਸ ਕੀਤਾ। ਮੰਤਰੀ ਮੰਡਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਨੂੰ ਰਾਜਪਾਲ ਕੋਲ ਭੇਜ ਦਿੱਤਾ ਗਿਆ। ਹਾਲਾਂਕਿ ਰਾਜਪਾਲ BL ਪੁਰੋਹਿਤ ਨੇ ਇਸ ਨੂੰ ਵਾਪਸ ਕਰ ਦਿੱਤਾ। ਸਰਕਾਰ ਨੂੰ ਇਸ ਨੂੰ ਵਿਧਾਨ ਸਭਾ ਵਿੱਚ ਪਾਸ ਕਰਵਾ ਕੇ ਭੇਜਣ ਲਈ ਕਿਹਾ ਗਿਆ। ਸਰਕਾਰ ਦਾ ਦਾਅਵਾ ਇਹ ਹੈ ਕਿ ਇਸ ਨਾਲ ਸਾਲਾਨਾ 19.53 ਕਰੋੜ ਦੀ ਬਚਤ ਹੋਏਗੀ। ਇਸ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਕੋਈ ਨੇਤਾ ਜਿੰਨੀ ਵਾਰ ਵੀ ਵਿਧਾਇਕ ਬਣੇਗਾ ਉਸ ਨੂੰ ਉਸੇ ਮਿਆਦ ਦੀ ਪੈਨਸ਼ਨ ਮਿਲੇਗੀ। ਇਸ ਤੋਂ ਇਲਾਵਾ ਵਿਧਾਨ ਸਭਾ ਵਿੱਚ ਅੱਜ ਅਗਨੀਪਥ ਸਕੀਮ ਖਿਲਾਫ ਵੀ ਮਤਾ ਪਾਸ ਕੀਤਾ ਗਿਆ ਸੀ। ਮੁੱਖ ਮੰਤਰੀ ਮਾਨ ਨੇ ਅਗਨੀਪਥ ਸਕੀਮ ਖਿਲਾਫ ਕੇਂਦਰ ਤੇ ਹਮਲਾ ਬੋਲਿਆ। ਉਹਨਾਂ ਨੇ ਕਿਹਾ ਕਿ ਇਹ ਸਕੀਮ ਇੰਨੀ ਹੀ ਚੰਗੀ ਹੈ ਤਾਂ ਭਾਜਪਾ ਵਾਲੇ ਪਹਿਲਾਂ ਆਪਣੇ ਮੁੰਡਿਆਂ ਨੂੰ ਅਗਨੀਵੀਰ ਬਣਾਉਣ। ਸੀਐਮ ਮਾਨ ਨੇ ਅਗਨੀਵੀਰਾਂ ਨੂੰ ਪੜ੍ਹਾਈ ਕਰਵਾਉਣ ਦੇ ਬਿਆਨ ਤੇ ਕਿਹਾ ਕਿ ਇੰਨੇ ਛੋਟੇ ਸਮੇਂ ਤੋਂ ਪੜ੍ਹਾਈ ਕਦੋਂ ਕਰੇਗਾ। ਇੱਕ ਹੱਥ ਵਿੱਚ ਹਥਿਆਰ ਤੇ ਦੂਜੇ 'ਚ ਕਿਤਾਬ ਰੱਖੇਗਾ। ਸ਼ੇਖ ਚਿੱਲੀ ਦੇ ਸੁਪਨੇ ਨਾ ਦਿਖਾਓ। ਉਹਨਾਂ ਨੇ ਕਿਹਾ ਕਿ ਕਿਰਾਏ ਤੇ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਨੇ ਪੁੱਛਿਆ ਕਿ ਜੇਕਰ ਰਿਟਾਇਰਮੈਂਟ ਵਿੱਚ 3 ਮਹੀਨੇ ਰਹਿ ਗਏ ਤਾਂ ਲੜਾਈ ਲੱਗ ਗਈ ਤਾਂ ਕਿ ਉਹ ਜੰਗ ਲੜੇਗਾ। ਜੇਕਰ ਜਵਾਨ ਸ਼ਹੀਦ ਹੋ ਗਿਆ ਤਾਂ ਉਸ ਲਈ ਕੋਈ ਸਹੂਲਤ ਤਾਂ ਨਹੀਂ ਮਿਲੇਗੀ। ਇਸ ਤੋਂ ਇਲਾਵਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਦੀ ਚੋਣ ਵੀ ਕੀਤੀ ਗਈ। ਕੈਨੇਡਾ ਵਾਸੀਆਂ ਨੂੰ ਚੌਥਾ ਟੀਕਾ ਲਗਵਾਉਣ ਦੀ ਸਿਫਾਰਿਸ਼ ਦਰਮਿਆਨ ਫੈਡਰਲ ਸਰਕਾਰ ਨੇ ਆਵਾਜਾਈ ਬੰਦਿਸ਼ਾਂ 30 ਸਤੰਬਰ ਤੱਕ ਵਧਾਉਣ ਦਾ ਐਲਾਨ ਕਰ ਦਿੱਤਾ, ਜਿਸ ਦਾ ਸਿੱਧਾ ਮਤਲਬ ਹੈ ਕਿ ਅਨਵੈਕਸੀਨੇਟਡ ਵਿਦੇਸ਼ੀ ਨਾਗਰਿਕ ਮੁਲਕ ਵਿੱਚ ਦਾਖਲ ਨਹੀਂ ਹੋ ਸਕਣਗੇ, ਜਦਕਿ ਅਨਵੈਕਸੀਨੇਟਡ ਕੈਨੇਡੀਅਨ ਨਾਗਰਿਕਾਂ ਜਾਂ ਪਰਮਨੈਂਟ ਰੈਜ਼ੀਡੈਂਟਸ ਨੂੰ ਵਿਦੇਸ਼ ਤੋਂ ਪਰਤਣ ਮਗਰੋਂ 14 ਦਿਨ ਕੁਆਰੰਟਾਈਨ ਰਹਿਣਾ ਹੋਏਗਾ। ਟੀਕਾਕਰਨ ਬਾਰੇ ਨੈਸ਼ਨਲ ਐਡਵਾਈਜ਼ਰੀ ਕਮੇਟੀ ਨੇ ਕਿਹਾ ਕਿ ਆਉਂਦੀ ਪਤਝੜ ਰੁੱਤ ਵਿੱਚ ਕੋਰੋਨਾ ਦੀ ਇੱਕ ਲਹਿਰ ਆ ਸਕਦੀ ਹੈ, ਜਿਸ ਨੂੰ ਦੇਖਦਿਆਂ ਬੂਸਟਰ ਡੋਜ਼ ਲਗਵਾ ਲੈਣੀ ਚਾਹੀਦੀ ਹੈ। ਕੈਨੇਡਾ ਦੇ ਬ੍ਰਦਰਜ਼ ਕੀਪਰਜ਼ ਗਿਰੋਹ ਨਾਲ ਸੰਬੰਧਿਤ ਹਰਪ੍ਰੀਤ ਸਿੰਘ ਧਾਲੀਵਾਲ ਦੀ ਹੱਤਿਆ ਦੇ ਮਾਮਲੇ ਵਿੱਚ 53 ਸਾਲ ਦੇ ਫਰਾਂਸਵਾ
जोसेफ गोथियर ने अपना अपराध कबूल कर लिया ਅਤੇ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। BC ਦੀ ਸੁਪਰੀਮ ਕੋਰਟ ਵੱਲੋਂ ਸੁਣਾਏ ਫੈਸਲੇ ਮੁਤਾਬਕ ਗੋਥੀਅਰ 20 ਸਾਲ ਤੱਕ ਪੈਰੋਲ ਦਾ ਹੱਕਦਾਰ ਨਹੀਂ ਹੋਏਗਾ। ਅਦਾਲਤੀ ਦਸਤਾਵੇਜ਼ਾਂ ਮੁਤਾਬਕ 17 ਅਪ੍ਰੈਲ 2021 ਦੀ ਵਾਰਦਾਤ ਦੌਰਾਨ ਫਰਾਂਸਵਾ ਨੇ 31 ਸਾਲ ਦੇ ਹਰਪ੍ਰੀਤ ਸਿੰਘ ਉਰਫ ਹਰਬ ਤਾਲੀਬਾਲ ਨੂੰ ਸਾਇਲੈਂਸਰ ਵਾਲੀ ਸੈਮੀ ਆਟੋਮੈਟਿਕ ਹੈਂਡਗਨ ਨਾਲ 10 ਗੋਲੀਆਂ ਮਾਰੀਆਂ ਅਤੇ ਉਸ ਦੀ ਮੌਕੇ ਤੇ ਮੌਤ ਹੋ ਗਈ। ਹੁਣ ਤੱਕ ਇਸ ਕਤਲ ਦਾ ਮਕਸਦ ਸਾਹਮਣੇ ਨਹੀਂ ਆ ਸਕਿਆ। ਕੈਨੇਡਾ ਵਿੱਚ ਮੰਗਲਵਾਰ ਨੂੰ ਇੱਕ ਬੈਂਕ ਵਿੱਚ ਹੋਈ ਗੋਲੀਬਾਰੀ ਵਿੱਚ ਪੁਲਿਸ ਨੇ 2 ਬੰਦੂਕਧਾਰੀਆਂ ਨੂੰ ਢੇਰ ਕਰ ਦਿੱਤਾ। ਇਹ ਘਟਨਾ ਬ੍ਰਿਟਿਸ਼ ਕੋਲੰਬੀਆ ਵਿੱਚ ਸਥਿਤ ਬੈਂਕ ਆਫ ਮੌਂਟਰੀਅਲ ਵਿੱਚ ਹੋਈ। ਇਸ ਗੋਲੀਬਾਰੀ ਵਿੱਚ 6 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ। ਪੁਲਿਸ ਮੁਤਾਬਕ ਕੈਨੇਡਾ ਦੇ ਸਾਨਿਚ ਸਥਿਤ ਬੈਂਕ ਆਫ ਮੌਂਟਰੀਅਲ ਵਿੱਚ ਮੰਗਲਵਾਰ ਨੂੰ ਗੋਲੀਬਾਰੀ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ 11 ਵਜੇ ਤੱਕ ਬੈਂਕ ਪਹੁੰਚ ਗਈ। ਤੁਹਾਨੂੰ ਦੱਸ ਦਈਏ ਕਿ ਜਿਸ ਜਗ੍ਹਾ ਤੇ ਬੈਂਕ ਸਥਿਤ ਹੈ ਉੱਥੇ ਅਮਰੀਕਾ ਦੇ ਵਾਸ਼ਿੰਗਟਨ ਦੀ ਸਰਹੱਦ ਲੱਗਦੀ ਹੈ। ਪੁਲਿਸ ਮੁਤਾਬਕ ਬੈਂਕ ਨੇੜੇ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਸੀ। ਅਪਰਾਧੀਆਂ ਦੀ ਗੱਡੀ ਬੈਂਕ ਦੇ ਕੋਲ ਖੜੀ ਸੀ, ਜਿਸ ਵਿੱਚ ਵਿਸਫੋਟਕ ਹੋਣ ਦੀ ਖਬਰ ਮਗਰੋਂ ਆਸ-ਪਾਸ ਦੇ ਇਲਾਕੇ ਖਾਲੀ ਕਰਵਾ ਲਏ ਗਏ। ਬੰਬ ਕਾਰਨ ਕਾਫੀ ਦੇਰ ਤੱਕ ਸੜਕਾਂ ਬੰਦ ਰਹੀਆਂ। ਸਾਨਿਚ ਪੁਲਿਸ ਦੇ ਮੁਖੀ ਡੀਨ ਡੂਥੀ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਸ਼ੱਕੀ ਬੰਦੂਕਧਾਰੀ ਵੱਡੇ ਹਥਿਆਰਾਂ ਨਾਲ ਲੈਸ ਸਨ ਅਤੇ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਉਹਨਾਂ ਨੇ ਬੋਡੀ ਆਰਮਰ ਪਹਿਨੇ ਹੋਏ ਸਨ। ਇਸ ਗੋਲੀਬਾਰੀ ਵਿੱਚ ਪੁਲਿਸ ਨੇ ਬੰਦੂਕਧਾਰੀਆਂ ਨੂੰ ਢੇਰ ਕਰ ਦਿੱਤਾ, ਜਦਕਿ ਇਸ ਪੂਰੀ ਕਾਰਵਾਈ ਵਿੱਚ 6 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦੁਨੀਆ ਦਾ ਸਭ ਤੋਂ ਮਸ਼ਹੂਰ ਨਿਆਗਰਾ ਫਾਲਜ਼ ਹੁਣ ਹੋਰ ਆਕਰਸ਼ਕ ਹੋ ਗਿਆ ਹੈ। ਝਰਨੇ ਲਈ ਇੱਕ ਨਵੀਂ ਸੁਰੰਗ ਸ਼ੁਰੂ ਕੀਤੀ ਗਈ ਹੈ, ਜੋ ਸੈਲਾਨੀਆਂ ਨੂੰ ਨਵੇਂ ਐਂਗਲ ਤੋਂ ਸ਼ਾਨਦਾਰ ਦ੍ਰਿਸ਼ ਪੇਸ਼ ਕਰ ਰਹੀ ਹੈ। ਇਸ ਵਿੱਚ 2200 ਫੁੱਟ ਲੰਬੀ ਸੁਰੰਗ ਚੋਂ ਲੰਘਦੇ ਹੋਏ ਸੈਲਾਨੀ ਉਸ ਦ੍ਰਿਸ਼ਟੀਕੋਣ ਤੇ ਪਹੁੰਚਣਗੇ ਜਿੱਥੇ ਸਾਹਮਣੇ ਤੋਂ ਪੂਰਾ ਫਾਲਜ਼ ਦਿਖਾਈ ਦੇਗਾ। ਲੋਕ ਇੱਥੇ ਕੁਝ ਸਮੇਂ ਲਈ ਰੁਕ ਵੀ ਸਕਦੇ ਨੇ। ਝਰਨੇ ਦੇ ਨਜ਼ਾਰੇ ਨੂੰ ਰੋਮਾਂਚਕ ਬਣਾਉਣ ਲਈ ਸ਼ੀਸ਼ੇ ਦੇ ਪੈਨਲਾਂ ਵਾਲੀ ਲਿਫਟ ਲਗਾਈ ਗਈ ਹੈ। ਇਹ ਲਿਫਟ ਨਿਆਗਰਾ ਪਾਰਕ ਪਾਵਰ ਸਟੇਸ਼ਨ ਤੋਂ 180 ਫੁੱਟ ਹੇਠਾਂ ਸੁਰੰਗ ਨੂੰ ਲੈ ਕੇ ਜਾਂਦੀ ਹੈ। ਤੁਸੀਂ ਇਸ ਲਿਫਟ ਰਾਹੀਂ ਸੁਰੰਗ ਤੱਕ ਪਹੁੰਚੋਗੇ। ਇੱਥੇ ਦੱਸ ਦਈਏ ਕਿ ਨਿਆਗਰਾ ਘਾਟੀ ਦੇ ਦੱਖਣੀ ਸਿਰੇ ਤੇ ਵਹਿਣ ਵਾਲੇ 3 ਝਰਨੇ ਨੂੰ ਨਿਆਗਰਾ ਫਾਲਜ਼ ਕਿਹਾ ਜਾਂਦਾ ਹੈ। ਨਿਆਗਰਾ ਗੌਰਜ ਕੈਨੇਡਾ ਵਿੱਚ ontario ਤੇ ਅਮਰੀਕਾ ਵਿੱਚ ਨਿਊਯਾਰਕ ਦੇ ਵਿਚਕਾਰ ਦੀ ਸਰਹੱਦ ਤੇ ਫੈਲੀ ਹੋਈ ਹੈ। ਪਿਛਲੇ 1 ਸਾਲ ਤੋਂ ਕੈਨੇਡਾ ਵਿੱਚ ਵਰਕ ਪਰਮਿਟ, ਸਪਾਊਸ ਵੀਜ਼ਿਆਂ ਤੇ ਵਿਜ਼ਟਰ ਵੀਜ਼ਿਆਂ ਵਿੱਚ ਆਏ ਖੜੋਤ ਨੂੰ ਲੈ ਕੇ ਕੈਨੇਡਾ ਦੇ ਮੰਤਰੀਆਂ ਵੱਲੋਂ ਸਰਕਾਰ ਨੂੰ ਖਿੱਚਿਆ ਜਾ ਰਿਹਾ ਹੈ ਤੇ ਹੁਣ ਪਹਿਲੀ ਵਾਰ ਟਰੂਡੋ ਸਰਕਾਰ ਦੇ ਕੁਝ ਮੰਤਰੀਆਂ ਨੇ ਸਰਕਾਰ ਨੂੰ ਇਸ ਬਾਰੇ ਸੋਚਣ ਲਈ ਕਿਹਾ। ਇਸ ਦੇ ਜਵਾਬ ਵਿੱਚ ਵਿਦੇਸ਼ ਮੰਤਰੀ ਨੇ ਇਹ ਮੰਨਿਆ ਕਿ ਇਹ ਸੱਚ ਹੈ ਕਿ ਕੈਨੇਡਾ 'ਚ ਆਉਣ ਵਾਲੇ ਲੋਕਾਂ ਦੀਆਂ ਅਰਜ਼ੀਆਂ ਦੇ ਢੇਰ ਲੱਗੇ ਹੋਏ ਨੇ ਤੇ ਉਹਨਾਂ ਤੇ ਅਮਲ ਕਰਨ ਵਿੱਚ ਦੇਰੀ ਹੋ ਰਹੀ ਹੈ, ਪਰ ਸਾਡੀ ਇਮੀਗ੍ਰੇਸ਼ਨ ਭਰੋਸਾ ਦਿਵਾਉਂਦੀ ਹੈ ਕਿ ਇਸ ਸਾਲ ਦੇ ਸਤੰਬਰ ਤੱਕ ਵਿਜ਼ਿਟਰ, ਸਪਾਊਸ ਤੇ ਵਰਕ ਪਰਮਿਟ ਵੀਜ਼ੇ ਪੂਰੀ ਤਰ੍ਹਾਂ ਨਾਲ ਖੋਲ ਦਿੱਤੇ ਜਾਣਗੇ। ਸੰਸਦ ਵਿੱਚ ਟਰੂਡੋ ਸਰਕਾਰ ਦੇ ਇੱਕ ਮੰਤਰੀ ਨੇ ਵਿਦੇਸ਼ ਮੰਤਰੀ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਵਿਜ਼ਟਰ ਵੀਜ਼ਾ ਜਲਦੀ ਖੋਲਣਾ ਤਾਂ ਜੋ ਸੈਰਗਾਹ ਥਾਵਾਂ ਤੇ ਕੰਮ ਕਰਨ ਵਾਲਿਆਂ ਦਾ ਰੁਜ਼ਗਾਰ ਚੱਲ ਸਕੇ, ਕਿਉਂਕਿ ਸਰਕਾਰ ਕੋਲ ਵਿਜ਼ਿਟਰ ਵੀਜ਼ਿਆਂ ਦੀਆਂ ਫਾਈਲਾਂ 150 ਤੋਂ 170 ਦਿਨਾਂ ਤੱਕ ਇੰਤਜ਼ਾਰ ਕਰ ਰਹੀਆਂ ਨੇ ਤੇ ਇਹਨਾਂ ਤੇ ਅਮਲ ਅਤੀ ਜ਼ਰੂਰੀ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਸਟਾਫ ਦੀ ਕਮੀ ਕਾਰਨ ਇਮੀਗ੍ਰੇਸ਼ਨ ਲੇਟ ਹੋਈ ਹੈ ਤੇ ਉਹ ਜਲਦ ਇਸ ਪ੍ਰਕਿਰਿਆ ਨੂੰ ਮੁੜ ਲਈ ਤੇ ਲਿਆਉਣ ਲਈ ਯਤਨਸ਼ੀਲ ਨੇ। ਮੌਜੂਦਾ ਸਮੇਂ ਵਿੱਚ ਹਰ ਪੰਜਾਬੀ ਨੌਜਵਾਨ ਆਪਣੇ ਵਧੀਆ ਭਵਿੱਖ ਲਈ ਵਿਦੇਸ਼ ਜਾਣ ਦਾ ਚਾਹਵਾਨ ਹੈ, ਪਰ ਇਹਨਾਂ ਵਿੱਚੋਂ ਕੁਝ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਨੇ। ਇਸ ਵਿਚਾਲੇ ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਛਾਣ ਵਿਕਰਮ ਢਾਲੀਵਾਲ ਵਾਸੀ ਬਸੀਆਂ ਮਹੱਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਕਿ ਵਿਕਰਮ ਪਿਛਲੇ 3 ਸਾਲੋਂ ਤੋਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਇੱਕ ਫਾਰਮ ਹਾਊਸ ਵਿੱਚ ਕੰਮ ਕਰ ਰਿਹਾ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਹਰਚਰਨ ਸਿੰਘ ਨੇ ਦੱਸਿਆ ਕਿ ਫਾਰਮ ਹਾਊਸ ਵਿੱਚ ਵਿਕਰਮ ਜਦੋਂ ਮਾਈਕ੍ਰੋਵੇਵ ਵਿੱਚ ਖਾਣਾ ਗਰਮ ਕਰਨ ਲੱਗਿਆ ਤਾਂ ਉਸ ਨੂੰ ਕਰੰਟ ਲੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਵਿਕਰਮ ਦੀ ਮੌਤ ਦੀ ਖਬਰ ਮਿਲਣ ਮਗਰੋਂ ਪਰਿਵਾਰ ਵਾਲਿਆਂ ਦਾ ਬੁਰਾ ਹਾਲ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਨੇ ਨਾਟੋ ਨੂੰ ਨਿਊਜ਼ੀਲੈਂਡ ਦੇ ਪਹਿਲੇ ਰਸਮੀ ਸੰਬੋਧਨ ਵਿੱਚ ਲੋਕਤੰਤਰੀ ਦੇਸ਼ਾਂ ਨੂੰ ਦ੍ਰਿੜਤਾ ਨਾਲ ਖੜੇ ਹੋਣ ਦੀ ਅਪੀਲ ਕੀਤੀ ਹੈ, ਕਿਉਂਕਿ ਚੀਨ ਵਧੇਰੇ ਜ਼ੋਰਦਾਰ ਢੰਗ ਨਾਲ ਅੰਤਰਰਾਸ਼ਟਰੀ ਨਿਯਮਾਂ ਅਤੇ ਮਾਪਦੰਡਾਂ ਨੂੰ ਚੁਣੌਤੀ ਦੇਣ ਲਈ ਤਿਆਰ ਹੈ। ਮੀਡੀਆ ਨੇ ਇਸ ਸੰਬੰਧੀ ਰਿਪੋਰਟ ਦਿੱਤੀ। ਦ ਗਾਰਡੀਅਨ ਨੇ ਰਿਪੋਰਟ ਦਿੱਤੀ ਹੈ ਕਿ ਨਿਊਜ਼ੀਲੈਂਡ ਨੇ ਹਾਲ ਹੀ ਵਿੱਚ ਸੁਰੱਖਿਆ ਅਤੇ ਦੱਖਣੀ ਪ੍ਰਸ਼ਾਂਤ ਵਿੱਚ ਬੀਜਿੰਗ ਦੀ ਵਧ ਰਹੀ ਮੌਜੂਦਗੀ ਤੇ ਆਪਣੇ ਸੁਰ ਨੂੰ ਸਖਤ ਕਰ ਦਿੱਤਾ, ਜੋ ਕਿ ਕੁਝ ਹੱਦ ਤੱਕ ਚੀਨ ਅਤੇ ਸੋਲਮਾਨ ਟਾਪੂਆਂ ਵਿਚਕਾਰ ਸੁਰੱਖਿਆ ਸਮਝੌਤੇ ਤੇ ਹਸਤਾਖਰ ਕੀਤੇ ਜਾਣ ਕਾਰਨ ਹੈ। ਇੱਕ ਸਿਖਰ ਸੰਮੇਲਨ ਵਿੱਚ ਜਿੱਥੇ ਨਾਟੋ ਨੇ ਪਹਿਲੀ ਵਾਰ ਬੀਜਿੰਗ ਨੂੰ ਇੱਕ ਗੰਭੀਰ ਚੁਣੌਤੀ ਵਜੋਂ ਪਛਾਣਿਆ, ਆਰਡਨ ਨੇ ਆਪਣੇ ਭਾਸ਼ਣ ਦਾ ਇੱਕ ਹਿੱਸਾ ਚੀਨ ਦੀ ਵੱਧਦੀ ਤਾਕਤਵਰ ਅੰਤਰਰਾਸ਼ਟਰੀ ਮੌਜੂਦਗੀ ਦੀ ਚੇਤਾਵਨੀ ਦੇਣ ਲਈ ਸਮਰਪਿਤ ਕੀਤਾ, ਜਦੋਂ ਕਿ ਜਵਾਬ ਵਿੱਚ ਫੌਜੀਕਰਨ ਵਧਾਉਣ ਦੀ ਬਜਾਏ ਗੱਲਬਾਤ ਅਤੇ ਕੂਟਨੀਤੀ ਦੀ ਮੰਗ ਕੀਤੀ। ਉਹਨਾਂ ਨੇ ਕਿਹਾ
ਕਿ ਚੀਨ ਹਾਲ ਹੀ ਦੇ ਸਮੇਂ ਵਿੱਚ ਅੰਤਰਰਾਸ਼ਟਰੀ ਨਿਯਮਾਂ ਅਤੇ ਮਾਪਦੰਡਾਂ ਨੂੰ ਚੁਣੌਤੀ ਦੇਣ ਲਈ ਵਧੇਰੇ ਜ਼ੋਰਦਾਰ ਅਤੇ ਤਿਆਰ ਹੈ। ਇੱਥੇ ਸਾਨੂੰ ਉਹਨਾਂ ਕਾਰਵਾਈਆਂ ਦਾ ਜਵਾਬ ਦੇਣਾ ਚਾਹੀਦਾ ਹੈ ਜੋ ਅਸੀਂ ਦੇਖਦੇ ਹਾਂ। ਸਾਨੂੰ ਨਿਯਮਾਂ ਆਧਾਰਿਤ ਆਦੇਸ਼ਾਂ ਤੇ ਦ੍ਰਿੜ ਰਹਿਣਾ ਚਾਹੀਦਾ ਹੈ। ਕੂਟਨੀਤਿਕ ਸ਼ਮੂਲੀਅਤ ਦੀ ਮੰਗ ਕਰਨੀ ਚਾਹੀਦੀ ਹੈ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਵਿਰੁੱਧ ਹਰ ਸਮੇਂ ਬੋਲਣਾ ਚਾਹੀਦਾ ਹੈ ਜਦੋਂ ਕਿਤੇ ਅਸੀਂ ਉਹਨਾਂ ਨੂੰ ਦੇਖਦੇ ਹਾਂ, ਪਰ ਸਾਨੂੰ ਇਸ ਦਾ ਵਿਰੋਧ ਵੀ ਕਰਨਾ ਚਾਹੀਦਾ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਜ਼ਿਆਦਾਤਰ ਹਿੱਸਾ ਕੂਟਨੀਤੀ, ਬਹੁਪੱਖਵਾਦੀ ਅਤੇ ਗੱਲਬਾਤ ਲਈ ਵਚਨਬੱਧਤਾ ਦੀ ਮੰਗ ਨੂੰ ਸਮਰਪਿਤ ਸੀ। ਭਾਵੇਂ ਕਿ ਅਮਰੀਕਾ ਅਤੇ ਹੋਰ ਪੱਛਮੀ ਭਾਈਵਾਲਾਂ ਨੇ ਰੂਸ ਅਤੇ ਚੀਨ ਤੇ ਆਪਣੀ ਸਥਿਤੀ ਨੂੰ ਲਗਾਤਾਰ ਸਖਤ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਇੱਥੇ ਸਾਡੇ ਫੌਜੀ ਗੱਠਜੋੜ ਨੂੰ ਵਧਾਉਣ ਲਈ ਨਹੀਂ ਹੈ। ਅਸੀਂ ਇੱਥੇ ਇੱਕ ਅਜਿਹੀ ਦੁਨੀਆ ਵਿੱਚ ਯੋਗਦਾਨ ਪਾਉਣ ਲਈ ਹਾਂ ਜੋ ਕਿਸੇ ਨੂੰ ਵੀ ਉਹਨਾਂ ਨਾਲ ਸੰਪਰਕ ਕਰਨ ਦੀ ਲੋੜ ਨੂੰ ਘੱਟ ਕਰਦਾ ਹੈ। ਹੁਣ ਸੋਨਾ ਖਰੀਦਣਾ ਤੁਹਾਡੇ ਲਈ ਮਹਿੰਗਾ ਹੋ ਜਾਏਗਾ। ਸਰਕਾਰ ਨੇ ਅੱਜ ਤੋਂ ਭਾਵ 1 ਜੁਲਾਈ 2022 ਤੋਂ ਸੋਨੇ ਦੇ ਦਰਾਮਦ ਡਿਊਟੀ 5% ਵਧਾ ਦਿੱਤੀ ਹੈ। ਭਾਰਤ ਨੇ ਆਪਣੇ ਮੂਲ ਦਰਾਮਦਾਂ ਤੇ ਟੈਕਸ ਦਾ ਵਾਧਾ ਦਿੱਤਾ ਹੈ। ਸੋਨੇ ਤੇ ਦਰਾਮਦ ਟੈਕਸ 7.5% ਤੋਂ ਵੱਧ ਕੇ 12.5% ਕਰ ਦਿੱਤਾ ਗਿਆ ਹੈ। ਦੇਸ਼ ਵਿੱਚ ਸੋਨੇ ਦੀ ਮੰਗ ਮਜ਼ਬੂਤ ਬਣੀ ਹੋਈ ਹੈ। ਦੂਜੇ ਪਾਸੇ ਸਰਕਾਰ ਦਾ ਵਿੱਤੀ ਘਾਟਾ ਵੀ ਵਧਦਾ ਜਾ ਰਿਹਾ। ਇਸ ਦੇ ਨਾਲ ਹੀ ਦਰਾਮਦ ਬਿੱਲ ਵਿੱਚ ਲਗਾਤਾਰ ਵਾਧੇ ਕਾਰਨ ਵਿਦੇਸ਼ੀ ਮੁਦਰਾ ਭੰਡਾਰ ਤੇ ਵੀ ਅਸਰ ਪਿਆ ਹੈ। 23 ਸਾਲਾ ਸਿਮਰਨਜੀਤ ਕੌਰ ਪੈਰਿਸ ਵਿੱਚ ਹੋਏ ਤੀਰਅੰਦਾਜ਼ੀ ਵਿਸ਼ਵ ਕੱਪ 2022 ਵਿੱਚ ਚਾਂਦੀ ਦਾ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰਨ ਵਿੱਚ ਕਾਮਯਾਬ ਰਹੇ। ਸੀਨੀਅਰ ਵਰਗ ਵਿੱਚ ਸਿਮਰਨਜੀਤ ਦਾ ਇਹ ਪਹਿਲਾ ਮੈਡਲ ਹੈ। 10 ਸਾਲਾਂ ਤੋਂ ਤੀਰਅੰਦਾਜ਼ੀ ਵਿੱਚ ਸਰਗਰਮ ਸਿਮਰਨਜੀਤ ਹੁਣ ਤੱਕ ਕਈ ਮੈਡਲ ਜਿੱਤ ਚੁੱਕੀ ਹੈ। ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ ਤੋਂ ਗ੍ਰੈਜੂਏਸ਼ਨ ਕਰਨ ਵਾਲੀ ਸਿਮਰਨਜੀਤ ਮੂਲ ਰੂਪ ਵਿੱਚ ਅਬੋਹਰ ਦੀ ਰਹਿਣ ਵਾਲੀ ਹੈ। ਇਸ ਜਿੱਤ ਦਾ ਸਿਹਰਾ ਆਪਣੇ ਪਿਤਾ ਨੂੰ ਦਿੰਦੇ ਹੋਏ ਉਸ ਦਾ ਕਹਿਣਾ ਹੈ ਕਿ ਪਿਤਾ ਗੁਰਜੀਤ ਸਿੰਘ ਸੰਧੂ ਦੀ ਬਦੌਲਤ ਹੀ ਮੈਂ ਇਸ ਮੁਕਾਮ ਤੇ ਪਹੁੰਚੀ ਹਾਂ। ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਵਿੱਚ ਪੰਜਾਬ ਲਈ ਕਈ ਇਤਿਹਾਸਕ ਫੈਸਲੇ ਲਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਮਤਾ ਪਾਸ ਕੀਤਾ ਗਿਆ ਤੇ ਇਸ ਤੋਂ ਇਲਾਵਾ ਅਗਨੀਪਥ ਸਕੀਮ ਖਿਲਾਫ ਵੀ ਸੈਸ਼ਨ ਵਿੱਚ ਪ੍ਰਸਤਾਵ ਪਾਸ ਕੀਤਾ ਗਿਆ। ਸੈਸ਼ਨ ਖਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਖਰੜਾ ਤਿਆਰ ਹੈ। ਇਸ ਸੰਬੰਧੀ ਰਾਜਪਾਲ ਕੋਲ ਫਾਈਲ ਭੇਜੀ ਗਈ ਹੈ ਤੇ ਮੈਂ ਇਸ ਨੂੰ ਜਲਦੀ ਕਲੀਅਰ ਕਰਨ ਲਈ ਰਾਜਪਾਲ BL ਪੁਰੋਹਿਤ ਨਾਲ ਗੱਲਬਾਤ ਕਰਾਂਗਾ। ਉਹਨਾਂ ਨੇ ਕਿਹਾ ਕਿ ਪੰਜਾਬ ਕੈਬਨਿਟ ਵੱਲੋਂ 3 ਲੋਕਾਂ ਦੀ ਸਬ ਕਮੇਟੀ ਵੀ ਬਣਾਈ ਗਈ ਹੈ ਤਾਂ ਜੋ ਕੱਚੇ ਮੁਲਾਜ਼ਮਾਂ ਦੀ ਪੁਸ਼ਟੀ ਹੋ ਸਕੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬਿੱਲ ਪਾਸ ਕਰ ਦਿੱਤਾ ਗਿਆ ਹੈ ਤੇ ਇਸ ਲਈ ਜੇ ਸਾਨੂੰ ਹਾਈ ਕੋਰਟ ਵੀ ਜਾਣਾ ਪਿਆ ਤਾਂ ਜਾਵਾਂਗੇ, ਪਰ ਮੁਲਾਜ਼ਮ ਪੱਕੇ ਕਰਕੇ ਰਹਾਂਗੇ। ਇਸ ਤੋਂ ਇਲਾਵਾ ਜੇਕਰ ਲੋੜ ਪਈ ਤਾਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਬੁਲਾਇਆ ਜਾਏਗਾ। ਉਹਨਾਂ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਦੀ ਪੁਸ਼ਟੀ ਲਈ ਜਿਹੜੀ ਸਬ ਕਮੇਟੀ ਬਣਾਈ ਗਈ ਹੈ ਉਹ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਰਾਹ 'ਚ ਆਉਣ ਵਾਲੀ ਹਰ ਕਾਨੂੰਨੀ ਅੜਚਨ ਨੂੰ ਦੂਰ ਕਰਨ ਦਾ ਕੰਮ ਕਰੇਗੀ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ੍ਰੀ ਅਕਾਲ।